किताब विपरन की रीत तो सच दा मार्ग भाग 36वां चौथे कांड दा 16वां ਅਤੇ ਅਖੀਰਲਾ ਭਾਗ ਸੋਚ ਆਚਾਰ ਅਤੇ ਗੁਰਮਤ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਕਾਂ ਦੇ ਮਨਾਂ ਉੱਤੇ ਬ੍ਰਾਹਮਣ ਦੇ ਮਾਇਆ ਜਾਲ ਦੇ ਜਾਦੂ ਦਾ ਇੰਨਾ ਡੂੰਘਾ ਅਤੇ ਮਾਰੂ ਪ੍ਰਭਾਵ ਪੈ ਚੁੱਕਾ ਸੀ ਕਿ ਕਈ ਪ੍ਰਕਾਰ ਦੇ ਘਿਨਾਵਣੇ ਅਨਰਥ ਹੋਏ, ਪਰ ਬ੍ਰਾਹਮਣ ਦੀ ਕੁਟਲ ਨੀਤੀ ਵਿਰੁੱਧ ਉੱਚਾ ਸਾਹ ਕੋਈ ਨਾ ਲੈ ਸਕਿਆ। ਆਖਰ ਉਸ ਸ਼ੇਰ ਮਰਦ ਨੇ ਮੁਰਦਾ ਹੋ ਚੁੱਕੇ ਦਿਲਾਂ ਨੂੰ ਝੰਜੋੜ ਕੇ ਜਗਾਇਆ, ਜੋ ਮਨੁੱਖਤਾ ਦੇ ਅੰਦਰ ਉੱਚਾ ਆਚਰਣ ਪੈਦਾ ਕਰਨ ਆਇਆ ਸੀ, ਜਿਸ ਨੇ ਲੋਕਾਂ ਨੂੰ ਕ੍ਰਿਸ਼ਨ ਲੀਲਾ ਦੇ ਪ੍ਰਭਾਵ ਹੇਠੋਂ ਕੱਢ ਕੇ ਸੋਚ ਆਚਾਰ ਦੇ ਮਾਲਕ ਬਣਾ ਕੇ ਜ਼ੁਲਮ ਦੇ ਵਿਰੁੱਧ ਜੂਝਣ ਜੋਗੇ ਬਣਾਇਆ। ਹਲਤ ਅਤੇ ਪਲਤ ਦੋਹਾਂ ਨੂੰ ਸੁਹੇਲਾ ਬਣਾਉਣ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਿਲੋਂ ਚਾਹੁੰਦੇ ਸਨ ਕਿ ਮਨੁੱਖ ਹਰੀ ਦਾ ਜਨ ਬਣੇ ਅਤੇ ਉਸ ਦੇ ਆਚਰਣ ਦੀ ਸੁਗੰਧੀ ਜਗਤ ਵਿੱਚ ਸਦਾ ਇਵੇਂ ਫੈਲਦੀ ਰਹਿਣੀ ਚਾਹੀਦੀ ਹੈ, ਜਿਵੇਂ ਚੰਦਨ ਦੀ ਆਪਣੀ ਖੁਸ਼ਬੂ ਨਿਰੰਤਰ ਵਾਯੂ ਮੰਡਲ ਨੂੰ ਸੁਗੰਧਿਤ ਕਰਦੀ ਰਹਿੰਦੀ ਹੈ। ਚੰਦਨ ਗੰਧ ਸੁਗੰਧ ਹੈ, ਬਹੁ ਬਾਸਨਾ ਬਹਿਕਾਰ, ਹਰ ਜਨ ਕਰਨੀ ਊਤਮ ਹੈ, ਹਰ ਕੀਰਤ ਜਗ ਵਿਸਥਾਰ। ਪੰਨਾ 1260। ਗੁਰੂ ਨਾਨਕ ਜੀ ਪਰਮਾਤਮਾ ਦੇ ਮਿਲਾਪ ਲਈ ਸੁੱਚੇ ਆਚਰਨ ਦੀ ਮਹੱਤਤਾ ਫੁਰਮਾਨ ਕਰਦੇ ਹਨ। ਸੂਚੇ ਭਾਂਡੇ ਸਾਚ ਸਮਾਵੇ, ਵਿਰਲੇ ਸੂਚਾਚਾਰੀ, ਤੰਤੇ ਕੋ ਪਰਮ ਤੰਤ ਮਿਲਾਇਆ, ਨਾਨਕ ਸ਼ਰਨ ਤੁਮਾਰੀ। ਪੰਨਾ 597। ਅਰਥ, ਪਵਿੱਤਰ ਹਿਰਦੇ ਵਿੱਚ ਹੀ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਟਿਕ ਸਕਦਾ ਹੈ, ਪਰ ਸੁੱਚੇ ਆਚਰਨ ਵਾਲੇ ਜਿਨ੍ਹਾਂ ਦਾ ਹਿਰਦਾ ਪਵਿੱਤਰ ਹੋਏ ਕੋਈ ਵਿਰਲੇ ਹੁੰਦੇ ਹਨ। ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਜੁਗਤ ਸਵਾਰ ਲਈ ਜਾਵੇ ਤਾਂ ਉਸ ਦੀ ਮਿਹਰ ਨਾਲ ਜੀਵ ਨੂੰ ਪਰਮਾਤਮਾ ਮਿਲ ਪੈਂਦਾ ਹੈ। ਹੇ ਨਾਨਕ, ਅਰਦਾਸ ਕਰ, ਹੇ ਪ੍ਰਭੂ, ਮੈਂ ਤੇਰੀ ਸ਼ਰਨ ਹਾਂ, ਮੈਨੂੰ ਆਪਣੇ ਚਰਨਾਂ ਵਿੱਚ ਜੋੜੀ ਰੱਖ। ਅਸੀਂ ਲੋਕਾਂ ਦੀਆਂ ਨਜ਼ਰਾਂ ਵਿੱਚ ਬੜੇ ਸਫੈਦ ਪੋਸ਼ ਬਣੇ ਹੋਏ ਇਹ ਸਮਝਦੇ ਹਾਂ ਕਿ ਸਾਡੀਆਂ ਲੁਕਵੀਆਂ ਕਰਤੂਤਾਂ ਦਾ ਕਿਸੇ ਨੂੰ ਕੀ ਪਤਾ ਹੈ। ਅੰਤਰਜਾਮੀ ਸਤਿਗੁਰ ਨੇ ਬੜੇ ਮਿੱਠੇ ਢੰਗ ਨਾਲ ਸਾਨੂੰ ਸਾਡੇ ਅੰਦਰ ਦਾ ਨਕਸ਼ਾ ਦਿਖਾ ਦੇਣ ਦੇ ਨਾਲ ਹੀ ਉੱਚਾ ਆਚਰਨ ਬਣਾ ਕੇ ਜੀਵਨ ਸਫਲਾ ਕਰਨ ਦਾ ਅਨਮੋਲ ਉਪਦੇਸ਼ ਦਿੱਤਾ ਹੈ। ਸਤਿਗੁਰਾਂ ਨੇ ਫਰਮਾਨ ਕੀਤਾ ਹੈ, ਮਹੱਲਾ ਪਹਿਲਾ, ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ, ਬਾਹਰ ਚਿੱਟਵੀਆਂ, ਰੀਸਾਂ ਕਰੇ ਤਿਨਾੜੀਆਂ, ਜੋ ਸੇਵੇਂ ਦਰ ਖੜੀਆਂ, ਨਾਲ ਖਸਮੇ ਰਤੀਆਂ, ਮਾਣੇ ਸੁਖ ਰਲੀਆਂ, ਹੁੰਦੇ ਤਾਣ ਨਿਤਾਣੀਆਂ, ਰਹੇ ਨਿਮਾਨਣੀਆਂ, ਨਾਨਕ ਜਨਮ ਸਕਾਰਥਾ, ਜੇ ਤਿਨ ਕੈ ਸੰਗ ਮਿਲਾ। ਪੰਨਾ 85। ਅਰਥ, ਅਸੀਂ ਗੱਲਾਂ ਵਿੱਚ ਸੁਚੱਜੀਆਂ ਹਾਂ, ਪਰ ਆਚਰਨ ਆਚਾਰ ਦੀਆਂ ਮਾੜੀਆਂ ਹਾਂ। ਮਨੋਂ ਖੋਟੀਆਂ ਤੇ ਕਾਲੀਆਂ ਹਾਂ, ਪਰ ਬਾਹਰੋਂ ਦਿਖਾਵੇ ਨੂੰ ਅਸੀਂ ਸਾਫ ਸੁਥਰੀਆਂ ਬਣੀਆਂ ਫਿਰਦੀਆਂ ਹਾਂ ਅਤੇ ਰੀਸਾਂ ਉਹਨਾਂ ਦੀਆਂ ਕਰਦੀਆਂ ਹਾਂ ਜੋ ਸਾਵਧਾਨ ਹੋ ਕੇ ਖਸਮ ਦੇ ਪਿਆਰ ਵਿੱਚ ਭਿੱਜੀਆਂ ਹੋਈਆਂ ਹਨ। ਭਾਵ, ਜੋ ਜੀਵ ਇਸਤਰੀ ਉੱਚੇ ਆਚਰਣ ਦੀਆਂ ਹਨ ਤੇ ਆਨੰਦ ਵਿੱਚ ਰਲੀਆਂ ਮਾਣਦੀਆਂ ਹਨ, ਭਾਵ ਸਚਿਆਰ ਹੋਣ ਕਰਕੇ ਜਿਨ੍ਹਾਂ ਦਾ ਹਿਰਦਾ ਸਦਾ ਸੁਖੀ ਰਹਿੰਦਾ ਹੈ, ਜੋ ਤਾਣ ਹੁੰਦਿਆਂ ਵੀ ਨਿਰਮਾਣ ਰਹਿੰਦੀਆਂ ਹਨ, ਭਾਵ ਜਿਨ੍ਹਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਹੰਕਾਰ ਨਹੀਂ, ਹਉਮੈ ਬੂਝੇ ਤਾਂ ਦਰ ਸੂਝੇ। ਹੇ ਨਾਨਕ, ਸਾਡਾ ਜਨਮ ਤਾਂ ਹੀ ਸਫਲਾ ਹੋ ਸਕਦਾ ਹੈ ਜੇ ਉਹਨਾਂ ਨੇਕ ਅਤੇ ਉੱਚੇ ਜੀਵਾਂ ਦੀ ਸੰਗਤ ਕਰੀਏ। ਬ੍ਰਾਹਮਣ ਨੇ ਸਿਰਫ ਇਸਤਰੀ ਵਾਸਤੇ ਪਤੀਬ੍ਰਤਾ ਹੋਣ ਤੇ ਜ਼ੋਰ ਦਿੱਤਾ ਹੈ ਅਤੇ ਪਤੀਬ੍ਰਤਾ ਇਸਤਰੀਆਂ ਨੂੰ ਕਈ ਪ੍ਰਕਾਰ ਦੀਆਂ ਗਾਥਾਵਾਂ ਰਾਹੀਂ ਬੜਾ ਵਡਿਆਇਆ ਹੈ। ਸਤਿਆਵਾਨ ਸਵਿਤਰੀ ਅਥਵਾ ਅਨਸੂਈਆ ਆਦਿ ਇਸਤਰੀਆਂ ਨੂੰ ਸਿਰਫ ਪਤੀਬ੍ਰਤਾ ਹੋਣ ਕਾਰਨ ਹੀ ਵੱਡੀਆਂ ਰਿੱਧੀਆਂ ਸਿੱਧੀਆਂ ਦੀਆਂ ਮਾਲਕ ਦੱਸ ਕੇ ਪੂਜਨੀਕ ਬਣਾ ਦਿੱਤਾ, ਪਰ ਮਰਦ ਵਾਸਤੇ ਇਸਤਰੀ ਬ੍ਰਤਾ ਹੋਣ ਦੀ ਪਾਬੰਦੀ ਕਿਤੇ ਨਹੀਂ ਲਾਈ, ਸਗੋਂ ਦੇਵਤਿਆਂ ਅਤੇ ਅਵਤਾਰਾਂ ਨੂੰ ਵੀ ਪਰ ਇਸਤਰੀ ਗਾਮੀ ਦਰਸਾਉਣ ਵਿੱਚ ਬੜੀ ਖੁੱਲ੍ਹ ਵਰਤੀ ਹੈ। ਗੁਰਬਾਣੀ ਵਿੱਚ ਜਿੱਥੇ ਹੋਰ ਅਵਗੁਣਾਂ ਨੂੰ ਨਿੰਦਿਆ ਹੈ, ਉੱਥੇ ਪਰ ਇਸਤਰੀ ਗਾਮੀ ਹੋਣ ਨੂੰ ਵਿਸ਼ੇਸ਼ ਕਰਕੇ ਬੁਰਾ ਕਿਹਾ ਹੈ। ਪਰ ਇਸਤਰੀ ਗਾਮੀ ਹੋਣ ਨੂੰ ਨਿੰਦਣ ਵਾਲੇ ਅਤੇ ਆਚਰਨ ਨੂੰ ਸਵਾਰਨ ਸੰਬੰਧੀ ਅਨੇਕ ਸ਼ਬਦਾਂ ਵਿੱਚੋਂ
ਕੁਝ ਸ਼ਬਦ ਇਸ ਪ੍ਰਕਾਰ ਹਨ। ਅੰਮ੍ਰਿਤ ਕਾਇਆ ਰਹੇ ਸੁਖਾਲੀ, ਬਾਜੀ ਇਹ ਸੰਸਾਰੋ। ਲੱਭ ਲੋਭ ਮੁਝ ਕੂੜ ਕਮਾਵੇਂ, ਬਹੁਤ ਉਠਾਵੇਂ ਭਾਰੋ। ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉ ਧਰ ਉਪਰ ਛਾਰੋ। ਸੁਣ ਸੁਣ ਸਿੱਖ ਹਮਾਰੀ, ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀਅੜੇ। ਬਹੁੜ ਨ ਆਵੈ ਵਾਰੀ ਰਹਾ, ਹਉ ਤੁਧ ਆਖਾਂ ਮੇਰੀ ਕਾਇਆ। ਤੂੰ ਸੁਣ ਸਿੱਖ ਹਮਾਰੀ, ਨਿੰਦਾ ਚਿੰਦਾ ਕਰੇ ਪਰਾਈ। ਝੂਠੀ ਲਾਇਤ ਬਾਰੀ, ਵੇਲ ਪਰਾਈ ਜੋਹੇ ਜੀਅੜੇ। ਕਰੇ ਚੋਰੀ ਬੁਰਿਆਰੀ, ਹੰਸ ਚੱਲਿਆ ਤੂੰ ਪਿੱਛੇ ਰਹੀਐ। ਛੁੱਟੜ ਹੋਈਐ ਨਾਰੀ, ਤੂੰ ਕਾਇਆ ਰਹੀਐ ਸੁਪਨ ਅੰਤਰ। ਤੁਧ ਕਿਆ ਕਰਮ ਕਮਾਇਆ, ਕਰ ਚੋਰੀ ਮੈਂ ਜਾਂ ਕਿਛ ਲੀਆ। ਤਾਂ ਮਨ ਭਲਾ ਪਾਇਆ, ਹਲਤ ਨ ਸ਼ੋਭਾ ਪਲਤ ਨ ਢੋਈ। ਅਹਲਾ ਜਨਮ ਗਵਾਇਆ, ਹਉ ਖਰੀ ਦੁਹੇਲੀ ਹੋਈ ਬਾਬਾ। ਨਾਨਕ ਮੇਰੀ ਬਾਤ ਨ ਪੁੱਛੇ ਕੋਈ, ਰਹਾਉ। ਪੰਨਾ 154। ਅਰਥ, ਇਹ ਸਰੀਰ ਆਪਣੇ ਆਪ ਨੂੰ ਅਮਰ ਜਾਣ ਕੇ ਸੁੱਖ ਮਾਨਣ ਵਿੱਚ ਲੱਗਾ ਰਹਿੰਦਾ ਹੈ। ਇਹ ਨਹੀਂ ਸਮਝਦਾ ਕਿ ਇਹ ਜਗਤ ਇੱਕ ਖੇਡ ਹੀ ਹੈ। ਹੇ ਮੇਰੇ ਸਰੀਰ, ਤੂੰ ਲੱਭ ਲੋਭ ਕਰ ਰਿਹਾ ਹੈ। ਤੂੰ ਬਹੁਤ ਕੂੜ ਕਮਾ ਰਿਹਾ, ਵਿਅਰਥ ਦੀ ਦੌੜ ਭੱਜ ਵਿੱਚ ਸਮਾਂ ਗੁਆ ਰਿਹਾ। ਤੂੰ ਆਪਣੇ ਉੱਤੇ ਲੱਭ ਲੋਭ ਕੂੜ ਆਦਿਕ ਦੇ ਅਸਰ ਹੇਠ ਕੀਤੇ ਮਾੜੇ ਕੰਮਾਂ ਦਾ ਭਾਰ ਚੁੱਕਦਾ ਜਾ ਰਿਹਾ ਹੈ। ਹੇ ਮੇਰੇ ਸਰੀਰ, ਮੈਂ ਤੇਰੇ ਵਰਗੇ ਇਉਂ ਰੁਲਦੇ ਵੇਖੇ ਹਨ, ਜਿਵੇਂ ਧਰਤੀ ਉੱਤੇ ਸੁਆ। ਹੇ ਮੇਰੀ ਜਿੰਦੇ, ਮੇਰੀ ਸਿੱਖਿਆ ਧਿਆਨ ਨਾਲ ਸੁਣ। ਕੀਤੀ ਹੋਈ ਨੇਕ ਕਮਾਈ ਹੀ ਤੇਰੇ ਨਾਲ ਨਿਭੇਗੀ। ਉੱਚੇ ਆਚਰਣ ਨਾਲ ਕੀਤੇ ਹੋਏ ਲੋਕ ਭਲਾਈ ਵਾਲੇ ਨੇਕ ਕੰਮ ਹੀ ਅੰਤ ਤੇਰੇ ਸਹਾਈ ਹੋਣੇ ਹਨ। ਇਹ ਮਨੁੱਖਾ ਜਨਮ ਗਵਾ ਲਿਆ ਤਾਂ ਮੁੜ ਛੇਤੀ ਵਾਰੀ ਨਹੀਂ ਮਿਲੇਗੀ। ਮਨੁੱਖਾ ਜਨਮ ਦੁਬਾਰਾ ਬੜੀ ਮੁਸ਼ਕਲ ਨਾਲ ਮਿਲਣਾ ਹੈ। ਰਹਾਉ। ਹੇ ਮੇਰੇ ਸਰੀਰ, ਮੈਂ ਤੈਨੂੰ ਸਮਝਾਉਂਦਾ ਹਾਂ, ਮੇਰੀ ਨਸੀਹਤ ਧਿਆਨ ਨਾਲ ਸੁਣ। ਤੂੰ ਪਰਾਈ ਨਿੰਦਾ ਦਾ ਧਿਆਨ ਰੱਖਦਾ ਹੈ। ਤੂੰ ਹੋਰਨਾਂ ਦੀ ਝੂਠੀ ਚੁਗਲੀ ਕਰਦਾ ਰਹਿੰਦਾ ਹੈ। ਹੇ ਜੀਵ, ਤੂੰ ਪਰਾਈ ਇਸਤਰੀ ਨੂੰ ਭੈੜੀ ਨਿਗਾਹ ਨਾਲ ਤੱਕਦਾ ਹੈ। ਤੂੰ ਚੋਰੀਆਂ ਕਰਦਾ ਹੈ, ਹੋਰ ਕਈ ਬੁਰਾਈਆਂ ਕਰਦਾ ਹੈ। ਹੇ ਮੇਰੀ ਕਾਇਆ, ਜਦੋਂ ਜੀਵ ਆਤਮਾ ਤੁਰ ਜਾਵੇਗਾ, ਤੂੰ ਇੱਥੇ ਹੀ ਰਹਿ ਜਾਏਂਗੀ। ਤੂੰ ਤਦੋਂ ਛੋਟੜ ਇਸਤਰੀ ਵਾਂਗ ਹੋ ਜਾਵੇਂਗੀ। ਹੇ ਮੇਰੇ ਸਰੀਰ, ਤੂੰ ਮਾਇਆ ਦੀ ਨੀਂਦ ਵਿੱਚ ਹੀ ਸੁੱਤਾ ਰਿਹਾ। ਤੈਨੂੰ ਸਮਝ ਹੀ ਨਾ ਆਈ ਕਿ ਤੂੰ ਕੀ ਕਰਤੂਤਾਂ ਕਰਦਾ ਰਿਹਾ। ਚੋਰੀ ਆਦਿ ਕਰਕੇ ਜੋ ਮਾਲ ਧਨ ਮੈਂ ਜੀਵ ਆਤਮਾ ਸਰੀਰ ਨੂੰ ਕਹਿ ਰਿਹਾ ਦਰਸਾਇਆ ਹੈ, ਲਿਆਉਂਦਾ ਰਿਹਾ। ਤੈਨੂੰ ਉਹ ਮਨ ਵਿੱਚ ਪਸੰਦ ਆਉਂਦਾ ਰਿਹਾ। ਇਸ ਤਰ੍ਹਾਂ ਨਾ ਇਸ ਲੋਕ ਵਿੱਚ ਸ਼ੋਭਾ ਖੱਟੀ, ਨਾ ਪਰਲੋਕ ਵਿੱਚ ਆਸਰਾ ਮਿਲ ਸਕਣ ਦਾ ਪ੍ਰਬੰਧ ਹੋਇਆ। ਕੀਮਤੀ ਮਨੁੱਖਾ ਜਨਮ ਜਾਇਆ ਕਰ ਲਿਆ, ਗਵਾ ਲਿਆ। ਜੀਵ ਆਤਮਾ ਦੇ ਤੁਰ ਜਾਣ ਤੇ ਮੈਂ ਕਾਇਆ ਬਹੁਤ ਦੁਖੀ ਹੋਈ ਹਾਂ। ਹੇ ਨਾਨਕ, ਮੇਰੀ ਹੁਣ ਕੋਈ ਬਾਤ ਨਹੀਂ ਪੁੱਛਦਾ। ਮੁਖ ਨਿੰਦਾ ਆਖਾਂ ਦਿਨ ਰਾਤ, ਪਰ ਘਰ ਜੋ ਹੀ ਨੀਚ ਸਨਾਤ। ਕਾਮ ਕ੍ਰੋਧ ਤਨ ਵਸੈ ਚੰਡਾਲ, ਧਾਨ ਕਰੂ ਪਰਹਾਂ ਕਰਤਾਰ। ਪੰਨਾ 24। ਅਰਥ, ਮੈਂ ਰਾਤ ਦਿਨੇ ਮੂੰਹੋਂ ਦੂਜਿਆਂ ਦੀ ਨਿੰਦਾ ਕਰਦਾ ਰਹਿੰਦਾ ਹਾਂ। ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ। ਪਰਾਇਆ ਘਰ, ਪਰਾਇਆ ਤਨ ਤੇ ਧਨ ਤੱਕਦਾ ਹਾਂ। ਮੇਰੇ ਸਰੀਰ ਵਿੱਚ ਕਾਮ ਤੇ ਕ੍ਰੋਧ ਚੰਡਾਲ ਵਸ ਰਹੇ ਹਨ। ਹੇ ਕਰਤਾਰ, ਮੈਂ ਸਾਂਸੀਆਂ ਵਾਲੇ ਰੂਪ ਵਿੱਚ ਤੁਰਿਆ ਫਿਰਦਾ ਹਾਂ। ਸਾਂਸੀ ਜਾਤ ਨੂੰ ਮਾੜਾ ਨਹੀਂ ਕਿਹਾ। ਚੰਡਾਲਾਂ ਅਥਵਾ ਸਾਂਸੀਆਂ ਵਾਲੇ ਘਟੀਆ ਤੇ ਨੀਚ ਕਰਮਾਂ ਵੱਲ ਝਾਤ ਮਰਵਾਈ ਹੈ। ਹਾਥ ਕਮੰਡਲ ਕਾਪੜੀਆ, ਮਨ ਤ੍ਰਿਸ਼ਨਾ ਉਪਜੀ ਭਾਰੀ। ਇਸਤਰੀ ਤਜ ਕਰ ਕਾਮ ਵਿਆਪਿਆ, ਚਿਤ ਲਾਇਆ ਪਰ ਨਾਰੀ। ਸਿੱਖ ਕਰੇ ਕਰ ਸ਼ਬਦ ਨਾ ਚੀਨੇ, ਲੰਪਟ ਹੈ ਬਾਜਾਰੀ। ਅੰਤਰ ਬਿਖ ਬਾਹਰ ਨਿਭਰਾਤੀ, ਤਾਂ ਜਮ ਕਰੇ ਖੁਵਾਰੀ। ਪੰਨਾ 1013। ਅਰਥ, ਮਨਮੁਖ ਮਨੁੱਖ ਤਿਆਗੀ ਬਣ ਕੇ ਹੱਥ ਵਿੱਚ ਚਿੱਪੀ ਫੜ ਲੈਂਦਾ, ਲੀਰਾਂ ਦਾ ਚੋਲਾ ਪਹਿਨ ਲੈਂਦਾ, ਪਰ ਮਨ ਵਿੱਚ ਮਾਇਆ ਦੀ ਭਾਰੀ ਤ੍ਰਿਸ਼ਨਾ ਪੈਦਾ ਹੋਈ ਰਹਿੰਦੀ ਹੈ। ਆਪਣੇ ਵੱਲੋਂ ਤਿਆਗੀ ਬਣ ਕੇ ਆਪਣੀ ਇਸਤਰੀ ਛੱਡ ਕੇ ਆਏ ਨੂੰ ਕਾਮ ਵਾਸ਼ਨਾ ਨੇ ਆ ਦਬਾਇਆ, ਤਾਂ ਪਰਾਈ ਨਾਰ ਨਾਲ ਚਿੱਤ ਜੋੜਦਾ ਹੈ, ਚੇਲੇ ਬਣਾਉਂਦਾ ਹੈ, ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ। ਕਾਮ ਵਾਸ਼ਨਾ ਵਿੱਚ ਗਰਸਿਆ ਹੋਇਆ ਹੈ ਤੇ ਇਸ ਤਰ੍ਹਾਂ ਸੰਨਿਆਸੀ ਬਣਨ ਦੇ ਥਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਮਸਖਰਾ ਬਣਿਆ ਹੋਇਆ ਹੈ। ਮਨਮੁਖ ਦੇ ਅੰਦਰ ਆਤਮਿਕ ਮੌਤ ਲਿਆਉਣ ਵਾਲੀ ਤ੍ਰਿਸ਼ਨਾ ਦਾ ਜ਼ਹਿਰ ਹੈ। ਬਾਹਰ ਲੋਕਾਂ ਨੂੰ ਵਿਖਾਉਣ ਵਾਸਤੇ
ਸ਼ਾਂਤੀ ਧਾਰਨ ਕੀਤੀ ਹੋਈ ਹੈ, ਅਜਿਹੇ ਪਖੰਡੀ ਨੂੰ ਆਤਮਕ ਮੌਤ ਖੁਆਰ ਕਰਦੀ ਹੈ। ਸਾਚੀ ਸੁਰਤ ਨਾਮ ਨਹੀਂ ਤ੍ਰਿਪਤੇ, ਹਉਮੈ ਕਰਤ ਗਵਾਇਆ। ਪਰ ਧਨ ਪਰ ਨਾਰੀ ਰਤ, ਨਿੰਦਾ ਬਿਖ ਖਾਈ ਦੁਖ ਪਾਇਆ। ਸ਼ਬਦ ਚੀਨ ਭੈ ਕਪਟ ਨ ਛੂਟੇ, ਮਨ ਮੁਖ ਮਾਇਆ ਮਾਇਆ। ਅਜਗਰ ਭਾਰ ਲੱਦੇ ਅਤ ਭਾਰੀ, ਮਰ ਜਨਮੇ ਜਨਮ ਗਵਾਇਆ। ਪੰਨਾ 1254। ਅਰਥ, ਜਿਨ੍ਹਾਂ ਦੀ ਸੁਰਤ ਅਡੋਲ ਹੋ ਕੇ ਪ੍ਰਭੂ ਦੇ ਨਾਮ ਵਿੱਚ ਨਹੀਂ ਜੁੜੀ, ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਪਰਤ ਨਹੀਂ ਸਕੇ। ਮੈਂ ਵੱਡਾ ਬਣ ਜਾਵਾਂ, ਮੈਂ ਵੱਡਾ ਬਣ ਜਾਵਾਂ, ਇਹ ਆਖ ਆਖ ਕੇ ਉਹਨਾਂ ਆਪਣਾ ਜੀਵਨ ਗਵਾ ਲਿਆ। ਉਹਨਾਂ ਦਾ ਮਨ ਪਰਾਏ ਧਨ, ਪਰਾਈ ਇਸਤਰੀ ਤੇ ਪਰਾਈ ਨਿੰਦਿਆ ਵਿੱਚ ਮਸਤ ਰਿਹਾ। ਉਹ ਸਦਾ ਪਰ ਧਨ, ਪਰ ਨਾਰੀ, ਪਰ ਨਿੰਦਾ ਦੀ ਜ਼ਹਿਰ ਖਾਂਦੇ ਰਹੇ। ਆਤਮ ਕੋ ਖੁਰਾਕ ਬਣਾਈ ਰੱਖੀ ਤੇ ਦੁੱਖ ਹੀ ਸਹੇੜਦੇ ਰਹੇ। ਸਿਫਤ ਸਲਾਹ ਦੀ ਬਾਣੀ ਨੂੰ ਵਿਚਾਰ ਕੇ ਉਹਨਾਂ ਦੇ ਦੁਨੀਆ ਵਾਲੇ ਡਰ ਤੇ ਛਲ ਨਾ ਮੁੱਕੇ। ਉਹਨਾਂ ਦੇ ਮਨ ਵਿੱਚ ਵੀ ਮਾਇਆ ਦੀ ਲਗਨ ਹੀ ਰਹੀ, ਉਹਨਾਂ ਦੇ ਮੂੰਹ ਵਿੱਚ ਵੀ ਮਾਇਆ ਦੀ ਦੰਤ ਕਥਾ ਹੀ ਰਹੀ। ਉਹ ਸਦਾ ਮਾਇਆ ਦੇ ਮੋਹ ਦੇ ਬੇਅੰਤ ਵੱਡੇ ਭਾਰ ਹੇਠ ਲੱਦੇ ਰਹੇ। ਜਨਮ ਮਰਨ ਦੇ ਵਿੱਚ ਪੈ ਕੇ ਉਹਨਾਂ ਜੀਵਨ ਅਜਾਈਂ ਗਵਾ ਲਿਆ। ਘਰ ਕੀ ਨਾਰ ਤਿਆਗੈ ਅੰਧਾ, ਪਰ ਨਾਰੀ ਸਿਉ ਘਾਲੈ ਧੰਦਾ। ਜੈਸੇ ਸਿੰਬਲ ਦੇਖ ਸੂਆ ਬਿਗਸਾਨਾ, ਅੰਤ ਕੀ ਬਾਰ ਮੂਆ ਲਪਟਾਨਾ। ਪਾਪੀ ਕਾ ਘਰ ਅਗਨੇ ਮਾਹੀ, ਜਲਤ ਰਹੇ ਮਿਟਵੇ ਕਬ ਨਾਹੀ। ਰਹਾਉ। ਪੰਨਾ 1164। ਅੰਨਾ ਪਾਪੀ ਆਪਣੀ ਵਹੁਟੀ ਛੱਡ ਦਿੰਦਾ ਹੈ ਤੇ ਪਰਾਈ ਜਨਾਨੀ ਨਾਲ ਝੱਖਾ ਮਾਰਦਾ ਹੈ। ਪਰਾਈ ਨਾਰ ਨੂੰ ਵੇਖ ਕੇ ਇਉਂ ਹੀ ਖੁਸ਼ ਹੁੰਦਾ ਹੈ ਜਿਵੇਂ ਤੋਤਾ ਸਿੰਬਲ ਰੁੱਖ ਨੂੰ ਵੇਖ ਕੇ ਖੁਸ਼ ਹੁੰਦਾ ਹੈ, ਪਰ ਉਹ ਸਿੰਬਲ ਤੋਂ ਉਸ ਤੋਤੇ ਨੂੰ ਹਾਸਲ ਕੁਝ ਨਹੀਂ ਹੁੰਦਾ। ਆਖਰ ਨੂੰ ਅਜਿਹਾ ਵਿਕਾਰੀ ਮਨੁੱਖ ਇਸ ਵਿਕਾਰ ਵਿੱਚ ਗ੍ਰਸਿਆ ਹੋਇਆ ਮਰ ਜਾਂਦਾ ਹੈ। ਵਿਕਾਰੀ ਬੰਦੇ ਦਾ ਟਿਕਾਣਾ ਸਦਾ ਉਸ ਅੱਗ ਵਿੱਚ ਰਹਿੰਦਾ ਹੈ, ਜੋ ਅੱਗ ਸਦਾ ਬਲਦੀ ਹੀ ਰਹਿੰਦੀ ਹੈ, ਕਦੇ ਬੁਝਦੀ ਨਹੀਂ। ਗੁਰੂ ਅਰਜਨ ਦੇਵ ਜੀ ਕੰਨ ਪਾਟੇ ਜੋਗੀ ਦੀ ਅਸਲੀਅਤ ਦੱਸਦੇ ਹੋਏ ਪਰਾਈ ਇਸਤਰੀ ਤੇ ਬੁਰੀ ਨਜ਼ਰ ਰੱਖਣ ਵਾਲੇ ਨੂੰ ਮਹਾਂ ਦੁਖੀ ਦੱਸਦੇ ਹੋਏ ਫਰਮਾਨ ਕਰਦੇ ਹਨ ਕਿ ਨਿਰਾ ਧਾਰਮਿਕ ਭੇਖ ਧਾਰਨ ਕਰ ਲੈਣ ਨਾਲ ਪ੍ਰਭੂ ਨਹੀਂ ਮਿਲਦਾ। ਕਾਨ ਫਿਰਾਏ ਹਿਰਾਏ ਟੂਕਾ, ਘਰ ਘਰ ਮੰਗੈ ਤ੍ਰਿਪਤਾਵਨ ਤੇ ਚੂਕਾ। ਬੰਤਾ ਛੋੜ ਬਦ ਨਦਰ ਪਰ ਨਾਰੀ, ਵੇਸ ਨਾ ਪਾਈਐ ਮਹਾਂ ਦੁਖ ਯਾਰੀ। ਪੰਨਾ 1348। ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨ ਚੂਕੈ। ਦਿਨ ਪ੍ਰਤ ਕਰੈ ਕਰੇ ਪਛੁਤਾਪੈ, ਸੋਗ ਲੋਭ ਮਹਿ ਸੂਕੈ। ਪੰਨਾ 672। ਦੇ ਕਿਵਾੜ ਅਨਕ ਪੜਦੇ ਮੈਂ, ਪਰ ਦਾਰਾ ਸੰਗ ਫਾਕੈ। ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਢਾਕੈ। ਪੰਨਾ 616। ਅਰਥ, ਵਿਕਾਰੀ ਮਨੁੱਖ ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਦੇ ਪਿੱਛੇ ਪਰਾਈ ਇਸਤਰੀ ਨਾਲ ਕੁਕਰਮ ਕਰਦਾ ਹੈ। ਪਰ ਹੇ ਭਾਈ, ਜਦ ਧਰਮਰਾਜ ਦੇ ਦੂਤ ਚਿੱਤਰਗੁਪਤ ਤੇਰੀਆਂ ਕਰਤੂਤਾਂ ਦਾ ਹਿਸਾਬ ਮੰਗਣਗੇ, ਤਦੋਂ ਕੋਈ ਵੀ ਤੇਰੀਆਂ ਕਰਤੂਤਾਂ ਉੱਤੇ ਪਰਦਾ ਨਹੀਂ ਪਾ ਸਕੇਗਾ। ਧਰਮਰਾਜ ਵਾਲਾ ਬ੍ਰਾਹਮਣੀ ਡਰ ਦਰਸਾ ਕੇ ਮੰਦ ਕਰਮਾਂ ਤੋਂ ਰੋਕਣ ਦਾ ਯਤਨ ਹੈ, ਉਂਝ ਗੁਰਮਤਿ ਕਿਸੇ ਧਰਮਰਾਜ ਨੂੰ ਨਹੀਂ ਮੰਨਦੀ। ਮਹੱਲਾ ਪੰਜਵਾਂ। ਕਿਆ ਗਲਾਇਓ ਭੂਸ਼, ਪਰ ਵੇਲ ਨ ਜੋਹੇ ਕੰਤ ਕੂ। ਨਾਨਕ ਫੁੱਲਾਂ ਸੰਦੀ ਵਾੜ, ਖਿੜਿਆ ਹਬ ਸੰਸਾਰ ਜਿਉ। ਪੰਨਾ 1095। ਅਰਥ, ਹੇ ਜੀਵ, ਤੂੰ ਹਰ ਥਾਂ ਕੰਤ ਪ੍ਰਭੂ ਨੂੰ ਵੇਖ, ਪਰਾਈ ਇਸਤਰੀ ਨੂੰ ਮੰਦ ਭਾਵਨਾ ਨਾਲ ਨਾ ਵੇਖ ਤੇ ਕਮਾਂਤੁਰ ਮਤਹੀਣੇ ਨਾਪਾਕ ਬੋਲ ਨਾ ਬੋਲ। ਹੇ ਨਾਨਕ, ਜਿਵੇਂ ਫੁਲਵਾੜੀ ਖਿੜੀ ਹੁੰਦੀ ਹੈ, ਤਿਵੇਂ ਸਾਰਾ ਸੰਸਾਰ ਖਿੜਿਆ ਹੋਇਆ ਹੈ। ਇੱਥੇ ਕੋਈ ਫੁੱਲ ਤੋੜਨਾ ਨਹੀਂ ਹੈ, ਭਾਵ ਕਿਸੇ ਪਰਾਈ ਇਸਤਰੀ ਵੱਲ ਮੰਦ ਭਾਵਨਾ ਨਹੀਂ ਰੱਖਣੀ। ਗੁਰਮਤਿ ਦੇ ਪ੍ਰਚਾਰਕ ਭਾਈ ਗੁਰਦਾਸ ਜੀ ਨੇ ਆਪਣੀ ਪਤਨੀ ਤੋਂ ਬਿਨਾਂ ਸਭ ਇਸਤਰੀਆਂ ਨੂੰ ਧੀ ਭੈਣ ਸਮਝਣ ਦਾ ਉਪਦੇਸ਼ ਦਿੱਤਾ ਹੈ ਅਤੇ ਪਰ ਇਸਤਰੀ ਤੇ ਮੰਦੀ ਨਜ਼ਰ ਨਾ ਰੱਖਣ ਵਾਲੇ ਨੂੰ ਸਲਾਹਿਆ ਹੈ। ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੈ। ਵਾਰ ਨੰਬਰ 6, ਪੌੜੀ ਨੰਬਰ 8। ਹਉ ਤਿਸ ਘੋਲ ਘੁਮਾਇਆ, ਪਰ ਨਾਰੀ ਦੇ ਨੇੜ ਨਾ ਜਾਵੇ। ਵਾਰ ਨੰਬਰ 12,
ਪੌੜੀ 4। ਦੇਖ ਭਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਵਾਰ ਨੰਬਰ 29 ਪੌੜੀ ਨੰਬਰ 11। ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ। ਆਪਣੀ ਇਸਤਰੀ ਸੋ ਰਤ ਹੋਈ, ਰਹਿਤਵਾਨ ਗੁਰ ਕਾ ਸਿੱਖ ਸੋਈ। ਰਹਿਤਨਾਮਾ ਪ੍ਰਸ਼ਨ ਉੱਤਰ ਭਾਈ ਨੰਦ ਲਾਲ ਕਾ। ਗੁਰੂ ਗ੍ਰੰਥ ਸਾਹਿਬ ਜੀ ਇੱਥੋਂ ਤੱਕ ਵੀ ਫਰਮਾਨ ਕਰਦੇ ਹਨ ਕਿ ਜਿਸ ਮਨੁੱਖ ਨੇ ਪਰਾਏ ਧਨ ਅਤੇ ਪਰਾਈ ਇਸਤਰੀ ਦਾ ਤਿਆਗ ਕੀਤਾ ਹੈ, ਪਰਮਾਤਮਾ ਸਦਾ ਹੀ ਉਸ ਦੇ ਅੰਗ ਸੰਗ ਵਸ ਰਿਹਾ ਹੁੰਦਾ ਹੈ। ਪਰ ਧਨ ਪਰ ਦਾਰਾ ਪਰ ਹਰੀ, ਤਾਕੈ ਨਿਕਟ ਬਸੇ ਨਰ ਹਰੀ। ਪੰਨਾ 1163। ਜਿਵੇਂ ਸ਼੍ਰੀ ਰਾਮ ਚੰਦਰ ਜੀ ਦੀ ਆਪਣੀ ਮਰਯਾਦਾ ਕੋਈ ਨਹੀਂ ਸੀ, ਸਾਰੀ ਦੀ ਸਾਰੀ ਮਰਯਾਦਾ ਬ੍ਰਾਹਮਣ ਦੀ ਹੀ ਬਣਾਈ ਹੋਈ ਸੀ, ਉਸੇ ਤਰ੍ਹਾਂ ਆਚਰਨਹੀਣਤਾ ਵਾਲੀਆਂ ਜਿੰਨੀਆਂ ਕਹਾਣੀਆਂ ਕ੍ਰਿਸ਼ਨ ਜੀ ਦੇ ਨਾਮ ਨਾਲ ਮੜੀਆਂ ਹੋਈਆਂ ਹਨ, ਉਹ ਸਾਰੀਆਂ ਬ੍ਰਾਹਮਣ ਦੇ ਆਪਣੇ ਆਚਰਨ ਦੀਆਂ ਸੱਚੀਆਂ ਸਾਖੀਆਂ ਦਾ ਰੂਪਾਂਤਰ ਮਾਤਰ ਹਨ। ਕ੍ਰਿਸ਼ਨ ਨੂੰ ਰੱਬ ਥਾਪ ਕੇ ਆਪਣੇ ਇਸ ਸਭ ਕੁਝ ਨੂੰ ਧਰਮ ਦਾ ਅੰਗ ਬਣਾ ਲੈਣ ਲਈ ਰਮਾਇਣ ਦੇ ਹੀ ਲਿਖਾਰੀ ਨੇ ਮਹਾਭਾਰਤ ਗ੍ਰੰਥ ਵੀ ਇੱਕ ਡਰਾਮਾ ਹੀ ਰਚਿਆ ਸੀ। ਵਿਪਰ ਜੀ ਨੇ ਰਮਾਇਣ ਗਾਥਾ ਵਾਂਗ ਇੱਥੇ ਵੀ ਆਪਣੇ ਝੂਠ ਨੂੰ ਗਿਆਨ ਦੇ ਅਜਿਹੇ ਮੋਟੇ ਬੁਰਕੇ ਵਿੱਚ ਲਪੇਟ ਕੇ ਪੇਸ਼ ਕੀਤਾ ਕਿ ਨਿਰੋਲ ਝੂਠ ਦਾ ਪਾਠ ਕਰਨਾ ਕਲਿਆਣਕਾਰੀ ਮੰਨਿਆ ਜਾਣ ਲੱਗ ਪਿਆ। ਝੂਠ ਬਾਤ ਸਾ ਸੱਚ ਕਰ ਜਾਤੀ, ਸਤ ਹੋਵਨ ਮਨ ਲੱਗੈ ਨਾ ਰਾਤੀ। ਬਾਵੇ ਮਾਰਗ ਟੇਢਾ ਚਲਣਾ, ਸੀਧਾ ਛੋੜ ਅਪੂਠਾ ਬੁਨਣਾ। ਦੋਹਾਂ ਸਿਰਿਆਂ ਕਾ ਖਸਮ ਪ੍ਰਭ ਸੋਈ, ਜਿਸ ਮੇਲੇ ਨਾਨਕ ਸੋ ਮੁਕਤਾ ਹੋਈ। ਪੰਨਾ 188। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ 36ਵਾਂ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।